ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए कथा विचार ਸਰਵਣ ਕਰੀਏ ਗਿਆਨੀ ਜਸਵਿੰਦਰ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਜੇ ਸੁਖ ਦੇਹ ਤਾਂ ਤੁਝੈ ਆਰਾਧੇ ਦੁਖ ਪੇ ਤੁਝੈ ਧਿਆਈ ਜੇ ਭੁਖ ਦੇ ਤਾਂ ਇਤ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੈ ਸੋ ਖਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰ ਖਾਲਸਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਅਸੀਂ ਸਾਰੇ ਹੀ ਮਿਲ ਜੁਲ ਕੇ ਭਰ ਰਹੇ ਹਾਂ। ਸਤਿਗੁਰ ਜੀ ਨਦਰੇ ਕਰਮ ਕਰ ਰਹੇ ਹਨ। ਇਹ ਸਮਝਾਉਂਦੇ ਹਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ। ਬੇਨਤੀ ਦਾ ਇਹ ਸ਼ਬਦ ਹੈ। ਇਸ ਦੇ ਅੰਦਰ ਸਤਿਗੁਰੂ ਜੀ ਬਹੁਤ ਹੀ ਨਿਮਰਤਾ ਦੇ ਅੰਦਰ ਸਤਿਗੁਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ।
ਜਿਹੜਾ ਮੈਨੂੰ ਸਤਿਗੁਰ ਦੇ ਚਰਨਾਂ ਨਾਲ ਮਿਲਾ ਦੇ, ਮੈਂ ਉਹਦੇ ਤੋਂ ਆਪਣਾ ਆਪ ਕੁਰਬਾਨ ਕਰ ਦੇਵਾਂ, ਉਹਦੇ ਮੈਂ ਅੱਗੇ ਆਪਣੇ ਆਪ ਨੂੰ ਵੇਚ ਦੇਵਾਂ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮੇਲੈ, ਹਰ ਹਰ ਨਾਮ ਤੇ ਆਏ। ਦਰਸ਼ਨ ਦੇਖਣ ਦੇ ਵਾਸਤੇ ਸਤਿਗੁਰ ਕਹਿੰਦੇ ਹਨ, ਸਤਿਗੁਰ ਦੀ ਕਿਰਪਾ ਹੋਵੇ, ਕਿਰਪਾ ਕਰੇ ਤਾਂ ਸਤਿਗੁਰ ਮੇਲੈ। ਸਤਿਗੁਰ ਦੀ ਕਿਰਪਾ ਤੋਂ ਬਿਨਾ ਸਤਿਗੁਰ ਨੂੰ ਮਿਲਿਆ ਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ। ਯਤਨ ਸਾਰਾ ਹੀ ਸੰਸਾਰ ਕਰ ਰਿਹਾ ਹੈ। ਸਾਰਾ ਸੰਸਾਰ ਕਿਸੇ ਨਾ ਕਿਸੇ ਢੰਗ ਦੇ ਨਾਲ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, RAM RAM ਕਰਤਾ ਸਭ ਜਗ ਫੇਰੈ। ਇੱਕ ਬੰਦਾ ਨੇ ਕਹਿੰਦੇ ਨੇ ਸਾਰਾ ਹੀ ਸੰਸਾਰ ਦਿਨ ਰਾਤ ਰਾਮ ਰਾਮ ਕਰ ਰਿਹਾ ਹੈ, ਰਾਮ ਨਾ ਪਾਇਆ ਜਾਏ। ਪਰ ਇਹ ਪਾਉਣਾ ਸਭ ਤੋਂ ਜ਼ਿਆਦਾ ਮੁਸ਼ਕਲ ਹੈ। ਸਤਿਗੁਰ ਕਹਿੰਦੇ ਨੇ ਇਹ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਦੁਨਿਆਵੀ ਪਦਾਰਥ ਅਸੀਂ ਯਤਨਾਂ ਦੇ ਨਾਲ ਪਾ ਸਕਦੇ ਹਾਂ, ਠੱਗੀਆਂ ਨਾਲ ਪਾ ਸਕਦੇ ਹਾਂ। ਜੇ ਇਸ ਤਰ੍ਹਾਂ ਨਹੀਂ ਮਿਲਦੇ, ਰਿਸ਼ਵਤ ਦੇ ਕੇ ਪਾ ਲੈਨੇ ਆ। ਪਰ ਸੰਸਾਰਕ ਪਦਾਰਥ ਪਾਉਣੇ ਬਹੁਤ ਹੀ ਜ਼ਿਆਦਾ ਸੌਖੇ ਨੇ, ਪਰ ਸਤਿਗੁਰ ਨੂੰ ਪਾਉਣਾ ਉਤਨਾ ਹੀ ਜ਼ਿਆਦਾ ਮੁਸ਼ਕਲ ਹੈ, ਕਿਉਂਕਿ ਇਸ ਦਰ ਤੇ ਰਿਸ਼ਵਤ ਨਹੀਂ ਚੱਲਦੀ। ਨਾ ਇਸ ਦਰ ਤੇ ਰਿਸ਼ਵਤ ਚੱਲਦੀ ਹੈ, ਨਾ ਹੀ ਮਾਇਆ ਚੱਲਦੀ ਹੈ। ਸਤਿਗੁਰ ਕਹਿੰਦੇ ਨੇ ਇਹ ਤੇ ਪਈ ਪਿਆਰ ਦਾ ਸੌਦਾ ਹੈ। ਸਾਚ ਕਹੂੰ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਪ੍ਰੇਮ ਕੀਤਾ, ਸਤਿਗੁਰ ਕਹਿੰਦੇ ਨੇ ਉਹੀ ਪਾ ਸਕੇ ਨੇ, ਨਹੀਂ ਤੇ ਪਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ। ਯਤਨ ਸਾਰੇ ਕਰ ਰਹੇ ਹਾਂ। ਸਤਿਗੁਰ ਦਾ ਦਰਬਾਰ ਲੱਗਾ ਹੋਇਆ ਤੇ ਮੰਡੀ ਦਾ ਰਾਜਾ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਤੇ ਜਦੋਂ ਦਰਬਾਰ ਵਿੱਚ ਪੁੱਜਾ, ਉੱਥੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾਰ। ਜਦੋਂ ਮੰਡੀ ਦੇ ਰਾਜੇ ਨੇ ਇਹ ਕੀਰਤਨ ਦੇ ਵਿੱਚ ਪੰਕਤੀ ਸੁਣੀ ਤੇ ਮਨ ਵਿੱਚ ਇੱਕ ਭਰਮ ਜਿਹਾ ਜਾਗ ਗਿਆ ਵੀ ਗੁਰੂ ਦਰਬਾਰ ਵਿੱਚ ਆ ਕੇ ਵੀ ਜੇ ਲੇਖ ਨਹੀਂ ਮਿਟਨੇ ਤੇ ਮੈਂ ਇਤਨੀ ਦੂਰੋਂ ਚੱਲ ਕੇ ਆਇਆ ਹਾਂ ਤੇ ਮੇਰਾ ਆਉਣ ਦਾ ਲਾਭ ਕੀ ਹੋਇਆ? ਇਹ ਸੰਗਤ ਕਰਨ ਦਾ ਕੀ ਲਾਭ ਹੋਇਆ? ਇਹ ਸੰਗਤ ਕਰਨ ਦਾ ਮੈਨੂੰ ਕੋਈ ਲਾਭ ਨਹੀਂ ਮਿਲਿਆ। ਜੇ ਲੇਖ ਹੀ ਨਹੀਂ ਮਿਟਨੇ ਤੇ ਜੋ ਪਰਮਾਤਮਾ ਨੇ ਲਿਖਿਆ ਉਹੀ ਹੋਣਾ ਹੈ, ਤੇ ਫਿਰ ਆਉਣ ਦਾ ਲਾਭ ਕੀ ਹੈ? ਮਨ ਵਿੱਚ ਭਰਮ ਪੈਦਾ ਹੋ ਗਿਆ। ਸਤਿਗੁਰੂ ਸਮਝ ਗਏ ਵੀ ਮੰਡੀ ਦੇ ਰਾਜੇ ਦੇ ਅੰਦਰ ਇੱਕ ਭਰਮ ਪੈਦਾ ਹੋ ਗਿਆ ਵੀ ਸੰਗਤ ਕਰਨ ਦਾ ਲਾਭ ਕੀ ਹੈ। ਸਮਾਪਤੀ ਹੋਈ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਪ੍ਰਸ਼ਾਦਾ ਪਾਣੀ ਛਕੋ ਤੇ ਤੁਸੀਂ ਆਰਾਮ ਕਰੋ, ਤੇ ਆਪਾਂ ਸਵੇਰ ਨੂੰ ਗੱਲਬਾਤ ਕਰਾਂਗੇ। ਜੋ ਵੀ ਵਿਚਾਰ ਕਰਨੀ ਹੈ ਇਹ ਆਪਾਂ ਸਵੇਰੇ ਕਰਾਂਗੇ। ਮੰਡੀ ਦੇ ਰਾਜੇ ਦੇ ਅੰਦਰ ਇੱਕ ਉਹੀ ਭਰਮ ਅੰਦਰ ਜਾਗਿਆ ਹੈ। ਪ੍ਰਸ਼ਾਦਾ ਵੀ ਛਕਿਆ ਤੇ ਟਿਕਾ ਨਹੀਂ ਆਇਆ, ਕਿਉਂਕਿ ਕਿਸੇ ਦੇ ਅੰਦਰ ਕੋਈ ਭਰਮ ਪੈਦਾ ਹੋ ਜਾਏ, ਕੋਈ ਟੈਨਸ਼ਨ ਹੋ ਜਾਏ ਤੇ ਕੋਈ ਉਹਨੂੰ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ, ਨਾ ਉਹਨੂੰ ਕੋਈ ਹੋਰ ਗੱਲ ਕਰਨੀ ਚੰਗੀ ਲੱਗਦੀ ਹੈ ਤੇ ਨਿੰਦਰ ਵੀ ਨਹੀਂ ਆਉਂਦੀ। ਪ੍ਰਸ਼ਾਦਾ ਛਕਿਆ ਪਰ ਦੋ ਚਿੱਤੇ ਦੇ ਅੰਦਰ ਸਾਰਾ ਉਹਨੇ ਬੈਠ ਕੇ ਗੁਰੂ ਕੀ ਸੰਗਤ ਪ੍ਰਸ਼ਾਦਾ ਦੋ ਚਿੱਤੇ ਵਿੱਚ ਹੀ ਛਕਿਆ ਹੈ। ਤੇ ਮੈਂ ਆਇਆ ਤੇ ਆਇਆ ਕੀ ਕਰਨਾ? ਗੁਰੂ ਕੀ ਸੰਗਤ ਵਿੱਚ ਆਉਣ ਦਾ ਮੈਨੂੰ ਕੀ ਲਾਭ ਮਿਲਿਆ? ਇਤਨੀ ਦੂਰੋਂ ਮੈਂ ਆਇਆ ਵੀ ਹਾਂ ਤੇ ਕੋਈ ਲਾਭ ਨਹੀਂ ਹੈ। ਨਿੰਦਰ ਨਹੀਂ ਆ ਰਹੀ। ਜਦੋਂ ਆਪਣੇ ਪਲੰਗ ਦੇ ਜਾ ਕੇ ਲੇਟਿਆ ਤੇ ਨੀਂਦ ਨਹੀਂ ਆ ਰਹੀ, ਅਚਾਨਕ ਨੀਂਦ ਆ ਗਈ। ਅਚਾਨਕ ਜਦੋਂ ਨੀਂਦ ਆਈ ਹੈ ਮੰਡੀ ਦੇ ਰਾਜੇ ਨੂੰ, ਸੁੱਤਿਆਂ ਸੁੱਤਿਆਂ ਇੱਕ ਸੁਪਨਾ ਆਇਆ ਹੈ। ਸੁਪਨੇ ਦੇ ਅੰਦਰ ਇਸ ਦਾ ਜੋ ਜਨਮ ਹੈ ਬਹੁਤ ਹੀ ਨੀਵਿਆਂ ਪਰਿਵਾਰਾਂ ਦੇ ਵਿੱਚ ਹੋਇਆ, ਜੋ ਘਰਾਂ ਘਰਾਂ ਵਿੱਚ ਉਸ ਸਮੇਂ ਕੰਮ ਕਰਦੇ ਸਨ।
ਘਰਾਂ ਵਿੱਚ ਕੰਮ ਕਰਨ ਵਾਲਿਆਂ ਦੇ ਘਰ ਇਹਦਾ ਜਨਮ ਹੋ ਗਿਆ, ਜਨਮ ਹੋਇਆ, ਜਨਮ ਦੇ ਅੰਦਰ ਹੀ ਬਚਪਨ ਤੋਂ ਇਹ ਜਵਾਨ ਹੋਇਆ, ਬੱਚੇ ਹੋਏ, ਸ਼ਾਦੀ ਹੋ ਗਈ। ਇਸੇ ਅੰਦਰ ਹੀ ਆਪਣਾ ਉਹ ਸਾਰਾ ਰਾਤ ਦਾ ਸੁਪਨਾ ਬਤੀਤ ਕਰ ਰਿਹਾ ਹੈ। ਸਾਰਾ ਪਰਿਵਾਰ ਹੈ, ਘਰਾਂ ਘਰਾਂ ਵਿੱਚ ਕੰਮ ਕਰਨ ਜਾਂਦਾ ਹੈ। ਜਵਾਨੀ ਤੋਂ ਬੁਢੇਪਾ ਆਣਾ ਸ਼ੁਰੂ ਹੋ ਗਿਆ। ਇੱਕ ਸੁਪਨਾ ਲੈ ਰਿਹਾ ਹੈ। ਸੁਪਨਾ ਲੈਂਦਿਆਂ ਲੈਂਦਿਆਂ ਪਰਿਵਾਰ ਵਿੱਚ ਗਰੀਬੀ ਸੀ, ਕਿਉਂਕਿ ਘਰਾਂ ਵਿੱਚ ਕੰਮ ਕਰ ਕਰਕੇ ਗੁਜ਼ਾਰਾ ਕਰਦਾ ਸੀ। 4 ਬੱਚੇ ਨੇ, ਇਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ ਤੇ ਬਹੁਤ ਗਰੀਬੀ ਹੈ। ਤੇ ਅੱਜ ਇਹਦੇ ਮਨ ਵਿੱਚ ਆਇਆ ਸੁਪਨੇ ਦੇ ਅੰਦਰ ਹੀ ਕਿ ਮੈਂ ਕਿਉਂ ਨਾ ਜੰਗਲ ਵਿੱਚੋਂ ਲੱਕੜਾਂ ਤੋੜ ਕੇ ਲੈ ਆਵਾਂ। ਘਰ ਜਗਾਉਣ ਨੂੰ ਕੁਝ ਵੀ ਨਹੀਂ ਹੈ ਤੇ ਬੱਚਿਆਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੋ ਜਾਏਗਾ। ਮਨ ਵਿੱਚ ਵਿਚਾਰ ਕੀਤੀ ਤੇ ਲੱਕੜਾਂ ਤੋੜਨ ਵਾਸਤੇ ਜੰਗਲ ਬਿਆਬਾਨਾਂ ਵਿੱਚ ਚੱਲ ਪਿਆ। ਜਦੋਂ ਲੱਕੜਾਂ ਤੋੜਨ ਵਾਸਤੇ ਗਿਆ ਤੇ ਦਰਖਤ ਦੇ ਉੱਤੇ ਬੈਠ ਕੇ ਜਿੱਥੇ ਲੱਕੜਾਂ ਕੱਟ ਰਿਹਾ ਸੀ, ਕੱਟਦਿਆਂ ਕੱਟਦਿਆਂ ਐਸਾ ਦਰਖਤ ਤੋਂ ਹੇਠਾਂ ਡਿੱਗਾ ਹੈ, ਉੱਥੇ ਇਹਦੀ ਮੌਤ ਹੋ ਗਈ। ਜਿਸ ਤਰ੍ਹਾਂ ਮੌਤ ਹੋਈ ਹੈ ਤੇ ਇਹ ਤਰਬਕ ਕੇ ਉੱਠ ਬੈਠਾ ਵੀ ਅਚਾਨਕ ਇਹ ਸੁਪਨਾ ਕੈਸਾ ਆਇਆ ਹੈ। ਕਦੀ ਜ਼ਿੰਦਗੀ ਦੇ ਅੰਦਰ ਇਤਨੀ ਉਮਰ ਹੋ ਗਈ ਹੈ, ਐਸਾ ਸੁਪਨਾ ਨਹੀਂ ਆਇਆ। ਅੱਜ ਇਹ ਸੁਪਨਾ ਐਸਾ ਆਇਆ, ਗਰੀਬਾਂ ਦੇ ਘਰ ਮੇਰਾ ਜਨਮ ਹੈ, ਘਰਾਂ ਘਰਾਂ ਵਿੱਚ ਮੈਂ ਕੰਮ ਕਰਦਾ ਹਾਂ, ਅੱਤ ਦੀ ਪਰਿਵਾਰ ਵਿੱਚ ਗਰੀਬੀ ਹੈ, ਮੈਂ ਰਾਜਾ। ਹੁਣ ਮਨ ਵਿੱਚ ਸੋਚਦਾ ਇਹ ਸੁਪਨਾ ਆਇਆ ਤੇ ਆਇਆ ਕਿਉਂ। ਹੁਣ ਟੈਨਸ਼ਨ ਹੋਰ ਜ਼ਿਆਦਾ ਵੱਧ ਗਈ ਹੈ। ਇਸੇ ਹੀ ਟੈਨਸ਼ਨ ਦੇ ਅੰਦਰ ਇਸ਼ਨਾਨ ਪਾਣੀ ਕੀਤਾ ਤੇ ਜਲ ਪਾਣੀ ਛਕ ਕੇ ਦਰਬਾਰ ਵਿੱਚ ਆ ਕੇ ਬੈਠ ਗਿਆ ਹੈ। ਦਰਬਾਰ ਵਿੱਚ ਬੈਠਿਆਂ ਵੀ ਟਿਕਾ ਨਹੀਂ ਆ ਰਿਹਾ। ਸਾਹਿਬਾਂ ਨੇ ਕੋਲ ਬੁਲਾਇਆ। ਸਮਾਪਤੀ ਤੋਂ ਬਾਅਦ ਰਾਜੇ ਨੇ ਆਪਣੀ ਸਾਰੀ ਜੋ ਰਾਤ ਦੀ ਵਾਰਦਾਤ ਸੀ ਸੁਪਨੇ ਦੀ, ਇਹ ਸਾਰੀ ਦੱਸੀ ਹੈ। ਸਾਹਿਬਾਂ ਨੇ ਕਿਹਾ, ਐ ਰਾਜਨ, ਤੇਰੇ ਮਨ ਵਿੱਚ ਰਾਤ ਨੂੰ ਭਰਮ ਪੈਦਾ ਹੋਇਆ। ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਪਰਮਾਤਮਾ ਨੇ ਲਿਖ ਦਿੱਤਾ ਹੈ ਉਹ ਮਿਟ ਨਹੀਂ ਸਕਦਾ, ਇਹ ਸੱਤ ਹੈ। ਪਰ ਸਤਿਗੁਰ ਕਹਿੰਦੇ ਨੇ ਜਦੋਂ ਤੂੰ ਸੰਗਤ ਵਿੱਚ ਆ ਗਿਆ ਹੈ, ਸੰਗਤ ਵਿੱਚ ਪ੍ਰਭੂ ਦਾ ਵਾਸਾ ਹੈ। ਰਾਤ ਦਾ ਸੁਪਨਾ ਜਦੋਂ ਦੱਸਿਆ, ਉਹਨੇ ਸਾਹਿਬਾ ਦੇ ਅੱਗੇ ਦੱਸਿਆ ਤੇ ਬਹੁਤ ਚਿੰਤਾ ਪ੍ਰਗਟ ਕਰਨ ਲੱਗਾ, ਐਸਾ ਸੁਪਨਾ ਮੈਨੂੰ ਕਦੀ ਨਹੀਂ ਆਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਐ ਰਾਜਨ, ਆ ਜਿਹੜਾ ਤੈਨੂੰ ਰਾਤ ਨੂੰ ਸੁਪਨਾ ਆਇਆ ਹੈ, ਇਹ ਤੇਰਾ ਜੀਵਨ, ਇਸ ਰਾਜ ਤੋਂ ਬਾਅਦ ਤੇਰਾ ਇਹ ਜੀਵਨ ਹੋਣਾ ਸੀ। ਤੂੰ ਗਰੀਬਾਂ ਦੇ ਘਰ ਜਨਮ ਲੈਣਾ ਸੀ। ਅੱਤ ਦੀ ਗਰੀਬੀ ਤੇਰੇ ਪਰਿਵਾਰ ਵਿੱਚ ਹੋਣੀ ਸੀ। 4 ਤੇਰੇ ਬੱਚੇ, ਇਸਤਰੀ, ਮਾਤਾ ਪਿਤਾ, ਇਹਨਾਂ ਦੀ ਸਾਰਿਆਂ ਦੀ ਪਾਲਣ ਪੋਸ਼ਣ ਤੂੰ ਹੀ ਕਰਨੀ ਸੀ। ਅੱਤ ਦੀ ਗਰੀਬੀ ਕਾਰਨ ਤੂੰ ਜੰਗਲ ਵਿੱਚ ਲੱਕੜ ਕੱਟਣ ਵੀ ਜਾਣਾ ਸੀ। ਲੱਕੜ ਕੱਟਦਿਆਂ ਕੱਟਦਿਆਂ ਅਚਾਨਕ ਤੂੰ ਦਰਖਤ ਤੋਂ ਥੱਲੇ ਡਿੱਗ ਕੇ ਤੇਰੀ ਮੌਤ ਹੋਣੀ ਸੀ। ਇਹ ਜੀਵਨ ਤੂੰ ਬਤੀਤ ਕਰਨਾ ਸੀ। ਪਰ ਸੰਗਤ ਦੇ ਵਿੱਚ ਆ ਕੇ ਜਦੋਂ ਤੂੰ ਗੁਰੂ ਕੀ ਸੰਗਤ ਵਿੱਚ ਆ ਗਿਆ ਹੈ, ਸੰਗਤ ਦੇ ਵਿੱਚ ਇਹ ਜੋ ਜੀਵਨ ਹੈ ਤੇਰਾ, ਇਹ ਸੁਪਨੇ ਦੇ ਨਿਆਏ ਬਤੀਤ ਹੋ ਗਿਆ। ਸੰਗਤ ਕਰਨ ਦਾ ਇਤਨਾ ਲਾਭ ਹੈ। ਜੇ ਤੁਸੀਂ ਮਨ ਕਰਕੇ ਗੁਰੂ ਕੀ ਸੰਗਤ ਕਰ ਲੈਂਦੇ ਹੋ, ਸਤਿਗੁਰ ਕਹਿੰਦੇ ਨੇ ਜਿਹੜੇ ਦੁੱਖਾਂ ਦੇ ਪਹਾੜ ਤੁਹਾਡੇ ਕਰਮਾਂ ਵਿੱਚ ਲਿਖੇ ਨੇ, ਉਹ ਸੁੱਖ ਰੂਪ ਹੋ ਕੇ ਬਤੀਤ ਹੋ ਜਾਂਦੇ ਨੇ। ਪਤਾ ਹੀ ਨਹੀਂ ਲੱਗਦਾ ਕਿ ਦੁੱਖ ਆਇਆ ਕਿਸ ਤਰ੍ਹਾਂ ਚਲੇ ਗਿਆ। ਤੁਸੀਂ ਦੇਖਿਆ ਹੋਣਾ ਕਿ ਦੁੱਖ ਆਉਂਦਾ ਹੈ, ਅਚਾਨਕ ਕੋਈ ਨਾ ਕੋਈ ਐਸਾ ਸੰਗੀ ਸਾਥੀ ਮਦਦਗਾਰ ਪਹੁੰਚ ਜਾਂਦਾ ਤੇ ਤੁਸੀਂ ਕਹਿੰਦੇ ਹੋ, ਸ਼ੁਕਰ ਹੈ ਦਾਤਾ, ਤੂੰ ਮਦਦਗਾਰ ਭੇਜ ਛੱਡਿਆ। ਔਰ ਕਈਆਂ ਦੇ ਦੁੱਖ ਬਿਲਕੁਲ ਥੋੜੇ ਜਿਹੇ ਹੁੰਦੇ ਨੇ, ਜਿਨ੍ਹਾਂ ਨੇ ਕਦੇ ਗੁਰੂ ਕੀ ਸੰਗਤ ਕੀਤੀ ਨਹੀਂ ਹੁੰਦੀ। ਥੋੜੇ ਦੁੱਖ ਵੀ ਉਹਨਾਂ ਨੂੰ ਪਹਾੜ ਵਰਗੇ ਲੱਗਦੇ ਨੇ। ਹੇ ਦਾਤਾ, ਮੇਰੇ ਦੁੱਖ ਕੱਟ, ਇਹ ਕਦੋਂ ਕੱਟੇਗਾ? ਉਹ ਬੇਨਤੀਆਂ ਕਰਦੇ ਰਹਿ ਜਾਂਦੇ ਨੇ। ਪਰ ਸਤਿਗੁਰ ਕਹਿੰਦੇ ਨੇ ਗੁਰੂ ਕੀ ਸੰਗਤ ਕਰਨ ਦਾ ਇਤਨਾ ਲਾਭ ਹੈ। ਜਿਨ੍ਹਾਂ ਨੇ ਮਨ ਕਰਕੇ ਗੁਰੂ ਕੀ ਸੰਗਤ ਕੀਤੀ ਹੈ, ਉਹਨਾਂ ਦਾ ਭਵਿੱਖ ਦੇ ਅੰਦਰ ਜੋ ਬੁਰੇ ਕਰਮਾਂ ਦਾ ਫਲ ਹੈ, ਉਹ ਸਤਿਗੁਰ ਕਹਿੰਦੇ ਹਨ ਸੁਪਨੇ ਅੰਦਰ ਹੀ ਖਤਮ ਹੋ ਜਾਂਦਾ ਹੈ। ਸਤਿਗੁਰ ਦਾਤਾ ਉਹਨਾਂ ਨੂੰ ਦੁੱਖਾਂ ਦਾ ਸਮਾਂ ਦੇਖਣ ਹੀ ਨਹੀਂ ਦਿੰਦਾ।
ਜਿਨ੍ਹਾਂ ਨੇ ਮਨ ਕਰਕੇ ਗੁਰੂ ਕੀ ਸੰਗਤ ਵਿੱਚ ਆ ਕੇ ਆਪਣੀ ਸ਼ਰਧਾ ਬਣਾਈ ਹੈ। ਇਸ ਲਈ ਭਾਈ ਜਦੋਂ ਵੀ ਗੁਰੂ ਕੀ ਸੰਗਤ ਕਰਨੀ ਹੈ ਤੇ ਕਰਨੀ ਮਨ ਕਰਕੇ ਹੈ। ਇੱਥੇ ਆ ਕੇ ਕੋਈ ਪਰਿਵਾਰਕ ਗੱਲ ਵੀ ਨਾ ਕਰਿਆ ਕਰੋ। ਕਈ ਵਾਰੀ ਆਪਾਂ ਦੇਖਦੇ ਹਾਂ ਕਈ ਸਾਡੇ ਬਜ਼ੁਰਗ, ਕਈ ਮਾਤਾਵਾਂ ਭੈਣਾਂ ਗੁਰਦੁਆਰੇ ਆ ਕੇ ਕਦੇ ਕਦੇ ਮਿਲਦੀਆਂ ਨੇ ਤੇ ਘਰ ਦੀਆਂ ਗੱਲਾਂ ਸ਼ੁਰੂ ਕਰ ਦਿੰਦੀਆਂ ਨੇ। ਸਤਿਗੁਰ ਕਹਿੰਦੇ ਨੇ ਦੀਵਾਨ ਜਦੋਂ ਚੱਲਦਾ ਹੋਵੇ, ਰਹਿਤ ਮਰਿਆਦਾ ਆਪਾਂ ਜਦੋਂ ਪੜ੍ਹਦੇ ਹਾਂ, ਮਰਿਆਦਾ ਵਿੱਚ ਤੇ ਬਹੁਤ ਕੁਛ ਹੈ। ਜੇ ਮੈਂ ਸਾਰੀਆਂ ਦੱਸਣ ਲੱਗ ਪਵਾਂ ਤੇ ਪਤਾ ਨਹੀਂ ਕਈ ਤੇ ਗੁਰਮੁਖ ਪਿਆਰੇ ਗੁਰਦੁਆਰੇ ਆਣਾ ਹੀ ਬੰਦ ਕਰ ਦੇਣਗੇ। ਸਤਿਗੁਰ ਕਹਿੰਦੇ ਨੇ ਚਲੈ ਦੀਵਾਨ ਜੋ ਬਾਤ ਚਲਾਵੈ, ਕਹੈ ਗੋਬਿੰਦ ਸਿੰਘ ਸਾਤ ਜਨਮ ਜਮ ਚੋਟਾਂ ਖਾਵੈ। ਕਹਿੰਦੇ ਨੇ ਦੀਵਾਨ ਚੱਲਦਾ ਹੋਵੇ, ਚੱਲਦੇ ਦੀਵਾਨਾਂ ਵਿੱਚ ਜੇ ਅਸੀਂ ਗੱਲਾਂ ਕਰਦੇ ਹਾਂ, ਸਤਿਗੁਰ ਕਹਿੰਦੇ ਨੇ 7 ਜਨਮ ਉਹ ਭੁਗਤ ਕੇ ਜਮਾਂ ਦੀਆਂ ਚੋਟਾਂ ਖਾਂਦਾ ਹੈ। ਜਿਹੜਾ ਚੱਲੇ ਦੀਵਾਨ, ਕੀਰਤਨ ਚੱਲਦਾ ਹੋਵੇ, ਅਖੰਡ ਪਾਠ ਸਾਹਿਬ ਚੱਲਦਾ ਹੋਵੇ, ਕਥਾ ਚੱਲਦੀ ਹੋਵੇ, ਕੋਈ ਗੱਲ ਕਰਦਾ ਹੈ, ਉਹਨੂੰ ਜਮਾਂ ਦੀ ਮਾਰ ਬਹੁਤ ਡਾਢੀ ਪੈਂਦੀ ਹੈ। ਇਸ ਲਈ ਗੁਰੇਜ ਕਰਿਆ ਕਰੋ ਜਦੋਂ ਆਪਾਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠੀਏ, ਇੱਥੇ ਅੱਖਾਂ ਬੰਦ ਕਰਕੇ ਟਿਕਾ ਵਿੱਚ ਬੈਠ ਜਾਓ। ਜਿੱਦਣ ਤੁਸੀਂ ਟਿਕਾ ਵਿੱਚ ਬੈਠਣਾ ਆਰੰਭ ਕਰ ਦਿੱਤਾ, ਫਿਰ ਤੁਹਾਨੂੰ ਗੁਰੂ ਕੋਲ ਗਿਲੇ ਸ਼ਿਕਵੇ ਕਰਨ ਦੀ ਲੋੜ ਨਹੀਂ ਪੈਣੀ। ਸਤਿਗੁਰ ਦਾਤਾ ਤੂੰ ਆ ਨਹੀਂ ਕੀਤਾ, ਸਤਿਗੁਰ ਦਾਤਾ ਮੇਰਾ ਆ ਦੁੱਖ ਨਹੀਂ ਕਟਿਆ। ਸਤਿਗੁਰ ਦਾਤਾ ਦੇ ਸਦਾ ਦਿਆਲ ਹੈ, ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਕਰਮਾਂ ਕਿਆ ਪਾਈਐ। ਜੇ ਕਰਮ ਹੀ ਸਾਡੇ ਤੁਸੀਂ ਐਸੇ ਲਿਖ ਲਵੋਗੇ ਤੇ ਦਾਤਾ ਉੱਥੇ ਕੀ ਕਰੇਗਾ। ਜੇ ਆਪਾਂ ਗੁਰਦੁਆਰੇ ਆ ਕੇ ਵੀ ਟਿਕਾ ਕੇ ਨਹੀਂ ਬੈਠੇ, ਬੈਠਣਾ ਕਿਤਨਾ, ਅੱਧਾ ਘੰਟਾ 15 ਮਿੰਟ, ਕੋਈ ਤੇ 5 ਮਿੰਟ ਬੈਠਦਾ ਹੈ, ਪਰ ਯਤਨ ਕਰਿਆ ਕਰੋ ਇਤਨਾ ਸਮਾਂ ਹੀ ਲਿਗਾ ਕੇ ਟਿਕਾ ਨਾਲ ਬੈਠਿਆ ਕਰੋ, ਤਾਂ ਕਿ ਇੱਥੇ ਬੈਠਿਆ ਸਾਡਾ ਲਾਹੇਬੰਦ ਹੋ ਜਾਏ। ਅੱਜ ਦਾ ਜੋ ਹੁਕਮਨਾਮਾ ਹੈ, ਅੱਜ ਦੇ ਹੁਕਮਨਾਮੇ ਅੰਦਰ ਭਗਤ ਰਵਿਦਾਸ ਜੀ ਬਹੁਤ ਸੁੰਦਰ ਸਮਝਾਉਣਾ ਕੀਤਾ ਹੈ। ਕੀ ਸਮਝਾਉਂਦੇ ਹਨ? ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में उदद, जल केवल जल माही। भगत रविदास ਅੱਜ ਦਾ ਜੋ ਹੁਕਮਨਾਮਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 657 ਤੇ ਸੁਭਾਇਮਾਨ ਹੈ। ਰਾਗ ਸੋਰਠ ਵਿੱਚ ਭਗਤ ਰਵਿਦਾਸ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਇਹ ਮਿਲਦਾ ਹੈ। ਅੱਗੇ ਹੁਣ ਭਗਤ ਰਵਿਦਾਸ ਇਹ ਸਮਝਾ ਰਹੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀ। ਇਸ ਹੁਣ ਸ਼ਬਦ ਦੇ ਅੰਦਰ ਸਾਰੀ ਜੋ ਆਪਣੇ ਜੀਵਨ ਦੀ ਗੱਲ ਹੈ ਭਗਤ ਰਵਿਦਾਸ ਨੇ ਸਾਰੀ ਕੀਤੀ ਹੈ। ਜਦੋਂ ਮਨਮੁਖ ਜੀਵਨ ਹੈ ਤੇ ਫਿਰ ਆਪਣਾ ਗੁਰਮੁਖ ਜੀਵਨ ਬਣਦਾ ਹੈ, ਉਹ ਭਗਤ ਰਵਿਦਾਸ ਨੇ ਦੱਸਿਆ ਹੈ। ਦੱਸਦੇ ਨੇ, ਹੇ ਮਾਧੋ, ਜਿਤਨਾ ਚਿਰ ਸਾਡੇ ਅੰਦਰ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਸਾਡੇ ਅੰਦਰ ਜਿਤਨਾ ਚਿਰ ਹਉਮੈ ਹੈ, ਇਹ ਮਨਮੁਖ ਜੀਵਨ ਹੈ। ਹਉਮੈ ਹੈ ਤੇ ਮਨਮੁਖ ਜੀਵਨ ਹੈ। ਜਿਤਨਾ ਚਿਰ ਸਾਡੇ ਅੰਦਰ ਹਉਮੈ ਸੀ, ਪਰਮਾਤਮਾ ਤੂੰ ਸਾਡੇ ਅੰਦਰ ਨਹੀਂ ਆ ਸਕਿਆ। ਕਿਉਂਕਿ ਮਨਮੁਖ ਨੇ ਜੋ ਉਹ ਕਦੀ ਵੀ ਸੰਗਤ ਵਿੱਚ ਬੈਠ ਕੇ ਸਿਮਰ ਨਹੀਂ ਕਰ ਸਕਦੇ, ਬਾਣੀ ਨਹੀਂ ਪੜ ਸਕਦੇ, ਉਹ ਚੰਗੀ ਗੱਲ ਕਰ ਹੀ ਨਹੀਂ ਸਕਦੇ। ਮਨਮੁਖ ਕਿਤੇ ਵੀ ਬੈਠੇਗਾ ਤੁਸੀਂ ਦੇਖ ਲੈਣਾ ਕਿਸੇ ਦੀ ਨਿੰਦਿਆ ਚੁਗਲੀ ਕਰਦੀ ਹੋਏਗਾ, ਤੇ ਜਾਂ ਫਿਰ ਉਹ ਆਪਣੇ ਜੀਵਨ ਦੀਆਂ ਗੱਲਾਂ ਹੀ ਕਰਦਾ ਰਹੇਗਾ। ਗੁਰਮਤਿ ਦੀ ਗੱਲ ਮਨਮੁਖ ਕਦੇ ਕਰ ਹੀ ਨਹੀਂ ਸਕਦਾ। ਰਵਿਦਾਸ ਜੀ ਕਹਿੰਦੇ ਨੇ, ਮਾਧੋ, ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਸਾਡੇ ਅੰਦਰ ਤੂੰ ਪ੍ਰਗਟ ਨਹੀਂ ਹੁੰਦਾ। ਪਰ ਜਦੋਂ ਸਾਡੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤੇ ਤੂੰ ਪ੍ਰਤੱਖ ਸਾਡੇ ਅੰਦਰ ਪ੍ਰਗਟ ਹੋ ਜਾਣਾ ਹੈ, ਫਿਰ ਸਾਡਾ ਜੀਵਨ ਗੁਰਮੁਖਾਂ ਵਾਲਾ ਬਣ ਜਾਂਦਾ ਹੈ। जब हम होते तब तू नाही, अब तू ही मैं नाही। अनल अगम जैसे लहर में ओ दद,
ਜਲ ਕੇਵਲ ਜਲ ਮਾਹੀ। ਇਹ ਸਾਡੇ ਅੰਦਰ ਇੱਕ ਭੁਲੇਖਾ ਹੈ। ਇਸ ਭੁਲੇਖੇ ਦੇ ਅੰਦਰ ਰਵਿਦਾਸ ਜੀ ਕਹਿੰਦੇ ਨੇ ਇਸ ਦੇ ਹਟਣ ਦੇ ਨਾਲ ਇਹ ਸਮਝ ਆ ਜਾਂਦੀ ਹੈ ਜਿਵੇਂ ਬੜਾ ਵੱਡਾ ਤੂਫਾਨ ਆਇਆ ਹੋਵੇ। ਤੂਫਾਨ ਦੀਆਂ ਲਹਿਰਾਂ ਚੱਲ ਰਹੀਆਂ ਨੇ, ਸਮੁੰਦਰ ਨੱਕਾ ਨੱਕ ਭਰ ਰਿਹਾ ਹੈ। ਅਸਲ ਵਿੱਚ ਉਹ ਲਹਿਰ ਸਮੁੰਦਰ ਦਾ ਪਾਣੀ ਹੈ। ਸਾਨੂੰ ਲੱਗਦਾ ਨੇ ਬਹੁਤ ਲਹਿਰਾਂ ਆਈਆਂ ਨੇ, ਇਤਨੀਆਂ ਲਹਿਰਾਂ ਆਉਂਦੀਆਂ ਨੇ, ਭਿਆਨਕ ਆਉਂਦੀਆਂ ਨੇ, ਬੰਦਾ ਡਰ ਜਾਂਦਾ ਹੈ, ਪਰ ਹੈ ਉਹ ਸਮੁੰਦਰ ਦੀ ਅੰਸ਼। ਤਿਵੇਂ ਇਹ ਸਾਰੇ ਜੀ ਜੰਤ ਆਪਣਾ ਵਿਕਾਸ ਹੈ। ਇਹ ਸਾਰਾ ਵਿਕਾਸ ਤੇਰਾ ਹੀ ਕੀਤਾ ਹੋਇਆ ਹੈ। ਸਤਿਗੁਰ ਦਾਤਾ ਮਾਧਵੇ ਕਿਆ ਕਹੀਐ ਭਰਮ ਐਸਾ। ਬਹੁਤੀ ਵਾਰੀ ਪਰਮਾਤਮਾ ਵਾਸਤੇ ਭਗਤ ਰਵਿਦਾਸ ਜੀ ਨੇ ਇਹ ਮਾਧੋ ਦਾ ਸ਼ਬਦ ਵਰਤਿਆ ਹੈ। ਰਵਿਦਾਸ ਨੂੰ ਇਹ ਮਾਧੋ ਸ਼ਬਦ ਬਹੁਤ ਪਿਆਰਾ ਲੱਗਦਾ ਸੀ। ਬਹੁਤ ਵਾਰੀ ਪਰਮਾਤਮਾ ਵਾਸਤੇ ਇਹ ਲਫ਼ਜ਼ ਵਰਤੇ ਹਨ, ਕਿਉਂਕਿ ਸੰਸਕ੍ਰਿਤੀ ਧਾਰਮਿਕ ਪੁਸਤਕਾਂ ਵਿੱਚ ਇਹ ਨਾਮ ਮਾਧੋ ਕ੍ਰਿਸ਼ਨ ਦਾ ਕਿਹਾ ਗਿਆ ਹੈ। ਕ੍ਰਿਸ਼ਨ ਨੂੰ ਉਸ ਸਮੇਂ ਮਾਧੋ ਕਹਿ ਕੇ ਪੁਕਾਰਿਆ ਜਾਂਦਾ ਸੀ। ਰਵਿਦਾਸ ਜੀ ਨੇ ਸ੍ਰੀ ਰਾਮਚੰਦਰ ਦੇ ਉਪਾਸਕ ਹੁੰਦੇ ਤਾਂ ਇਹ ਲਫ਼ਜ਼ ਉਹ ਨਾ ਵਰਤਦੇ, ਕਿਉਂਕਿ ਉਹ ਪਰਮਾਤਮਾ ਦੇ ਉਪਾਸਕ ਨੇ। ਪਰਮਾਤਮਾ ਦੇ ਨਾਲ ਇੱਕਮਿਕ ਗੱਲ ਕਰ ਰਹੇ ਨੇ, ਹੇ ਮਾਧੋ ਅਸਾਂ ਜੀਵਾਂ ਨੂੰ ਕੁਝ ਐਸੇ ਭੁਲੇਖੇ ਪਏ ਹੋਏ ਹਨ, ਇਹ ਬਿਆਨ ਨਹੀਂ ਕੀਤੇ ਜਾ ਸਕਦੇ ਕਿ ਸਤਿਗੁਰ ਦਾਤਾ ਤੂੰ ਕੈਸਾ ਹੈ ਤੇ ਮੈਂ ਕੈਸਾ ਹਾਂ। ਪਰ ਸਤਿਗੁਰ ਕਹਿੰਦੇ ਨੇ ਜੈਸਾ ਮਾਨੀਏ ਹੋਏ ਨਾ ਤੈਸਾ। ਪਰ ਅਸੀਂ ਜੋ ਮੰਨੇ ਬੈਠੇ ਹਾਂ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ, ਇਹ ਜਗਤ ਇਸ ਤਰ੍ਹਾਂ ਦਾ ਹੈ ਕਿ ਜਗਤ ਨਾਲੋਂ ਕੋਈ ਵੱਖਰੀ ਤੇਰੀ ਹਸਤੀ ਹੈ, ਉਹ ਠੀਕ ਨਹੀਂ ਹੈ। ਤੇਰੀ ਕੋਈ ਵੱਖਰੀ ਹਸਤੀ ਨਹੀਂ ਹੈ। ਤੂੰ ਇੱਕ ਹੈ ਤੇ ਸਾਰਿਆਂ ਵਿੱਚ ਰਮਿਆ ਹੋਇਆ ਹੈ। हे ਪਰਮਾਤਮਾ ਤੇਰੀ ਕੋਈ ਵੱਖਰੀ ਹਸਤੀ ਨਹੀਂ ਹੈ, ਤੂੰ ਇੱਕ ਹੈ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਨਰਪਤ ਤੋਂ ਭਾਵ ਰਾਜਾ ਹੈ। ਇੱਥੇ ਹੁਣ ਸਮਝਾਉਣਾ ਕੀਤਾ ਜਿਵੇਂ ਕੋਈ ਰਾਜਾ ਆਪਣੇ ਤਖਤ ਤੇ ਉੱਤੇ ਬੈਠਾ ਬੈਠਾ ਸੋ ਜਾਏ, ਸੁੱਤੇ ਪਏ ਨੂੰ ਸੁਪਨਾ ਆ ਜਾਏ, ਉਹ ਮੰਗਤਾ ਬਣ ਜਾਏ ਤੇ ਰਾਜਾ ਤਰਬਕ ਕੇ ਉੱਠ ਬੈਠਦਾ ਹੈ ਕਿ ਇਹ ਹੋ ਕੀ ਗਿਆ। ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਮੈਂ ਰਾਜਾ ਹੁੰਦਿਆਂ ਹੋਇਆਂ ਭਿਖਾਰੀ ਕਿਸ ਤਰ੍ਹਾਂ ਬਣ ਗਿਆ। ਅਚਾਨਕ ਜਦੋਂ ਨੀਂਦ ਖੁੱਲੀ ਤੇ ਪਤਾ ਲੱਗਾ ਮੈਂ ਤੇ ਰਾਜਾ ਹੀ ਹਾਂ, ਮੈਂ ਕੋਈ ਭਿਖਾਰੀ ਨਹੀਂ ਹਾਂ। ਇਸੇ ਤਰ੍ਹਾਂ ਅਸੀਂ ਵੀ ਆਪਣਾ ਜੋ ਜੀਵਨ ਹੈ ਇਹ ਅਜੇ ਸੁਪਨੇ ਵਿੱਚ ਅਸੀਂ ਬਤੀਤ ਕਰ ਰਹੇ ਹਾਂ ਵੀ ਆ ਵੀ ਮੇਰਾ ਹੈ, ਆ ਮੇਰਾ ਘਰ ਹੈ, ਆ ਮੇਰੀ ਦੁਕਾਨ ਹੈ। ਇਹ ਇੱਕ ਸੁਪਨਾ ਹੈ। ਜਦੋਂ ਇਹ ਮਨ ਜਾਗ ਪਏਗਾ ਸਤਿਗੁਰ ਕਹਿੰਦੇ ਨੇ ਉਦੋਂ ਤੈਨੂੰ ਪਤਾ ਲੱਗੇਗਾ ਤੇਰੀ ਤੇ ਦੁਕਾਨ ਨਹੀਂ ਹੈ, ਨਾ ਤੇਰਾ ਕੋਈ ਕਾਰੋਬਾਰ ਹੈ, ਇਹ ਤੂੰ ਸੰਭਾਲਣ ਵਾਸਤੇ ਆਇਆ ਹੈ। ਕੁਝ ਸਮੇਂ ਵਾਸਤੇ ਤੈਨੂੰ ਪਰਮਾਤਮਾ ਨੇ ਸੰਸਾਰ ਤੇ ਭੇਜਿਆ ਹੈ ਗ੍ਰਸਤ ਨੂੰ ਧਾਰਨ ਕਰਕੇ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਦੇ ਵਾਸਤੇ, ਪਰ ਤੇਰਾ ਆਪਣਾ ਕੁਝ ਵੀ ਨਹੀਂ ਹੈ। ਇਹ ਸਭ ਕੁਝ ਛੱਡ ਕੇ ਜਾਣਾ ਹੈ। ਸਤਿਗੁਰ ਕਹਿੰਦੇ ਹਨ ਜਦੋਂ ਇਹ ਰਾਜ ਵਿਛੜ ਜਾਂਦਾ ਤੇ ਸਾਡੇ ਜੀਵਾਂ ਦਾ ਬਹੁਤ ਹੀ ਬੁਰਾ ਹਾਲ ਹੁੰਦਾ ਹੈ। ਰਾਜਾ ਹੁੰਦਿਆਂ ਹੋਇਆਂ ਵੀ ਸੁਪਨੇ ਵਿੱਚ ਰਾਤ ਤੋਂ ਵਿਛੜ ਕੇ ਜਿਵੇਂ ਅਸੀਂ ਦੁੱਖ ਪਾਉਨੇ ਹਾਂ, ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਪਰਮਾਤਮਾ ਤੋਂ ਵਿਛੜ ਕੇ ਜਿਤਨੇ ਵੀ ਅਸੀਂ ਜੀਵ ਜੰਤ ਵਿਛੜੇ ਹੋਏ ਹਾਂ, ਸਤਿਗੁਰ ਕਹਿੰਦੇ ਨੇ ਦਿਨ ਰਾਤ ਅਸੀਂ ਦੁਖੀ ਹੁੰਨੇ ਹਾਂ। ਸੁਖੀ ਤੇ ਕੋਈ ਵਿਰਲਾ ਹੈ ਜਿਹੜਾ ਦਿਨ ਰਾਤ ਜੁੜਿਆ ਹੋਇਆ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕੱਚ ਮਰਮ ਜਨਾਇਆ। ਮਰਮ ਤੋਂ ਭਾਵੈ ਭੇਦ ਰਾਜ, ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਭੇਦ ਤੇਰੇ ਜਾਣਨ ਦਿੱਤੇ ਹਨ। ਸਤਿਗੁਰ ਦਾਤਾ ਤੇਰੇ ਤੋਂ ਬਿਨਾ ਸੁਖ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਤੇ ਕਹਿਨ ਨ ਆਇਆ। ਇੱਥੇ ਹੁਣ ਰਵਿਦਾਸ ਜੀ ਕਹਿੰਦੇ ਨੇ ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਅਤੇ ਹੋਰ ਤਰ੍ਹਾਂ ਦੇ ਗਹਿਣੇ ਬਣੇ ਹੁੰਦੇ ਹਨ, ਸਾਡੇ ਅੰਦਰ ਭੁਲੇਖਾ ਇਹ ਪੈਂਦਾ ਵੀ ਇਹ ਸੋਨਾ ਕੋਈ ਹੋਰ ਹੈ, ਇਹ ਸੋਨੇ ਦਾ ਬਿਸਕੁਟ ਕੋਈ ਹੋਰ ਸੋਨਾ ਹੈ। ਰਵਿਦਾਸ ਕਹਿੰਦੇ ਨੇ ਇਸੇ ਭੁਲੇਖੇ ਤਰ੍ਹਾਂ ਇਹ ਸੰਸਾਰ ਇੱਕ ਬਣਿਆ ਹੋਇਆ, ਇਹ ਜਗਤ ਤੈਥੋਂ ਵੱਖਰਾ ਨਹੀਂ ਹੈ। ਹੁਣ ਇਹ ਪੁਰਾਣੀ ਵਿਤਕਰੇ ਵਾਲੀ ਜੋ ਗੱਲ ਸਤਿਗੁਰੂ ਕਹਿੰਦੇ ਨੇ ਮੈਥੋਂ ਆਖੀ ਨਹੀਂ ਜਾਂਦੀ,
ਭਾਵ ਹੁਣ ਮੈਂ ਨਹੀਂ ਆਖ ਸਕਦਾ ਕਿ ਜਗਤ ਤੇਰੇ ਤੋਂ ਵੱਖਰੀ ਹਸਤੀ ਹੈ। ਜਗਤ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਸਾਰਿਆਂ ਵਿੱਚ ਆਪ ਵਰਤ ਰਿਹਾ ਹੈ। ਜਿਸ ਤਰ੍ਹਾਂ ਸੋਨੇ ਦੇ ਗਹਿਣੇ ਲੱਗਦੇ ਵੱਖੋਂ ਵੱਖਰੇ ਨੇ, ਬਸ ਜਦੋਂ ਢਾਲ ਕੇ ਇੱਕ ਸੋਨਾ ਬਣਾ ਲਈਏ ਤੇ ਪਤਾ ਲੱਗਦਾ ਇਹ ਤੇ ਸੋਨੇ ਦਾ ਬਿਸਕੁਟ ਹੀ ਹੈ, ਇਹ ਕੋਈ ਵੱਖਰੇ ਨਹੀਂ ਹਨ। ਇਸੇ ਤਰ੍ਹਾਂ ਅਸੀਂ ਸਾਰੇ ਤੇਰੇ ਹੀ ਅੰਸ਼ ਹਾਂ ਸਤਿਗੁਰ ਦਾਤਾ, ਤੂੰ ਹੀ ਇਹਨਾਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ, ਦੂਸਰਾ ਹੋਰ ਕੋਈ ਨਹੀਂ ਹੈ। ਅਖੀਰ ਤੇ ਸਮਝਾਉਂਦੇ ਨੇ ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਇਥੇ ਸਮਝਾਉਂਦੇ ਨੇ ਉਹ ਪ੍ਰਭੂ ਖਾਸ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਵਰਤਦਾ ਹੈ, ਸਭ ਘਟਾਂ ਵਿੱਚ ਆਪ ਹੀ ਬੈਠ ਕੇ ਜਗਤ ਦੇ ਰੰਗ ਮਾਣਦਾ ਹੈ। ਜੇ ਤੇ ਰੰਗ ਅਸੀਂ ਸੰਸਾਰ ਤੇ ਵੇਖਦੇ ਹਾਂ, ਸਾਰੇ ਰੰਗ ਪਰਮਾਤਮਾ ਆਪ ਮਾਣਦਾ ਹੈ, ਉਹਦੇ ਆਪਣੇ ਹੀ ਬਣਾਏ ਹੋਏ ਨੇ ਤੇ ਰੰਗ ਵੀ ਉਹ ਆਪ ਮਾਣਦਾ ਹੈ, ਦੂਸਰਾ ਹੋਰ ਕੋਈ ਵੀ ਨਹੀਂ ਹੈ। ਅਖੀਰ ਤੇ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਈ ਸੋ ਹੋਈ। ਹੁਣ ਰਵਿਦਾਸ ਜੀ ਕਹਿੰਦੇ ਹਨ ਕਿ ਇੱਕ ਸਤਿਗੁਰ ਜੀ ਤੂੰ ਸਾਡੇ ਤੋਂ ਦੂਰ ਨਹੀਂ ਹੈ, ਮੇਰੇ ਹੱਥ ਤੋਂ ਵੀ ਨੇੜੇ ਹੈ। ਜਿਸ ਤਰ੍ਹਾਂ ਸਾਡੇ ਸਰੀਰ ਦੇ ਨਾਲ ਅੰਗ ਲੱਗੇ ਹੋਏ ਨੇ, ਇਸ ਤੋਂ ਨੇੜੇ ਅੰਦਰ ਸਾਡਾ ਦਾਤਾ ਬੈਠਾ ਹੈ। ਜਗਤ ਵਿੱਚ ਵਰਤ ਰਹੇ ਹਰ ਇੱਕ ਰਜਾ ਦੇ ਅੰਦਰ ਤੂੰ ਆਪ ਹੈ, ਹੋਰ ਦੂਸਰਾ ਕੋਈ ਵੀ ਨਹੀਂ ਹੈ। ਇਸ ਲਈ ਸਤਿਗੁਰ ਦਾਤਾ ਜਿਤਨਾ ਵੀ ਸੰਸਾਰ ਤੇ ਅਸੀਂ ਕੁਝ ਦੇਖਦੇ ਹਾਂ, ਇੱਕ ਸੁਪਨਾ ਹੈ। ਇਹ ਸੁਪਨੇ ਦੇ ਨਾਈ ਜਿਸ ਤਰ੍ਹਾਂ ਰਾਤ ਨੂੰ ਸੁਪਨਾ ਆਇਆ, ਅਸੀਂ ਪਤਾ ਨਹੀਂ ਇਹ ਸੁਪਨੇ ਅੰਦਰ ਕਦੇ ਰਾਜੇ ਬਣ ਜਾਂਦੇ ਆ, ਕਦੇ ਭਿਖਾਰੀ ਬਣ ਜਾਂਦੇ ਆ, ਕਦੇ ਕੁਝ ਬਣ ਜਾਂਦੇ ਆ। ਇਹ ਸਾਰਾ ਜੀਵਨ ਤੇਰਾ ਹੀ ਬਣਾਇਆ ਹੋਇਆ ਹੈ। ਕੋਈ ਰਾਜਾ ਬਣ ਕੇ ਬਤੀਤ ਕਰ ਰਿਹਾ ਹੈ ਤੇ ਕੋਈ ਦਿਨ ਰਾਤ ਭਿਖਾਰੀ ਬਣ ਕੇ ਮੰਗ ਮੰਗ ਕੇ ਜੀਵਨ ਬਤੀਤ ਕਰ ਰਿਹਾ ਹੈ। ਇਹ ਸਾਰੇ ਤੇਰੇ ਹੀ ਅੰਸ਼ ਹਨ। ਭਗਤ ਰਵਿਦਾਸ ਸਮਝਾ ਰਹੇ ਹਨ, ਇਸ ਲਈ ਭਾਈ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੈ ਸਤਿਗੁਰ ਦਾਤਾ, ਜਦੋਂ ਅਸੀਂ ਮਨਮੁਖ ਜੀਵਨ ਬਤੀਤ ਕਰਦੇ ਹਾਂ, ਉਦੋਂ ਤੂੰ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦਾ। ਜਦੋਂ ਅਸੀਂ ਗੁਰਮੁਖ ਬਣ ਕੇ ਤੈਨੂੰ ਅਸੀਂ ਯਾਦ ਕਰਦੇ ਹਾਂ ਤੇ ਤੂੰ ਸਾਡੇ ਅੰਦਰ ਆ ਵਸਦਾ ਹੈ। ਜਦੋਂ ਤੂੰ ਵਸ ਜਾਣਾ ਤੇ ਸਾਨੂੰ ਸਾਰੇ ਪਾਸੇ ਸੁੱਖ ਹੀ ਸੁੱਖ, ਸਾਰੇ ਹੀ ਭੈਣ ਭਰਾ ਨਜ਼ਰ ਆਉਂਦੇ ਨੇ, ਕੋਈ ਦੁਸ਼ਮਣ ਨਜ਼ਰ ਆਉਂਦਾ ਹੀ ਨਹੀਂ। ਜਦੋਂ ਤੂੰ ਵਿਸਰ ਜਾਣਾ ਤੇ ਆਪਣੇ ਵੀ ਦੁਸ਼ਮਣ ਲੱਗਦੇ ਨੇ। ਸਤਿਗੁਰ ਦਾਤਾ ਕਿਰਪਾ ਕਰ, ਦਿਨ ਰਾਤ ਅਸੀਂ ਤੇਰੀ ਸੰਗਤ ਕਰਕੇ ਇਸ ਜੀਵਨ ਨੂੰ ਸਫਲ ਕਰ ਸਕੀਏ। ਗੁਰੂ ਜੀ ਕਿਰਪਾ ਕਰਨ ਤਾਂ ਕਿਤੇ ਜਾ ਕੇ ਇਹ ਜੀਵਨ ਸਫਲ ਹੈ। ਗਾਵਿਆ ਸੁਣਿਆ ਸਾਡਾ ਦਰਗਾਹ ਵਿੱਚ ਲੇਖੇ ਪਵੇ। ਯਤਨ ਕਰਨਾ ਹੈ ਕਿ ਸਮੇਂ ਸਿਰ ਆ ਕੇ ਜੁੜਿਆ ਕਰੋ, ਤਾਂ ਕਿ ਸਮੇਂ ਸਿਰ ਆ ਕੇ ਆਪਾਂ ਲਾਹ ਖੱਟ ਸਕੀਏ। ਗੁਰੂ ਜੀ ਕਿਰਪਾ ਕਰਨ, ਦੋਨੋਂ ਟਾਈਮ ਗੁਰੂ ਕੀ ਸੰਗਤ ਕਰਕੇ ਨਾਮ ਬਾਣੀ ਦਾ ਅਭਿਆਸ ਕਰਕੇ ਜੀਵਨ ਸਫਲ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ, ਆਪ ਜੀ ਗੁਰਮਤਿ ਚੈਨਲ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਦੇਖਣ ਲਈ ਜੁੜੇ ਰਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਤੇ YouTube